ਗੁੱਡ ਆਫਟਰਨੂਨ ਟੂ ਆਲ ਆਫ ਯੂ ਬੇਟਾ। ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਆਪਣੇ 7ਵੀਂ ਜਮਾਤ ਦੀ ਪੰਜਾਬੀ ਪਾਠ ਪੁਸਤਕ ਪੰਜਾਬੀ ਪਾਠਮਾਲਾ ਦੇ ਵਿੱਚ ਦਰਜ ਪਹਿਲਾ ਅਧਿਆਏ ਮੇਰੇ ਦੇਸ਼ ਦਾ ਤਿਰੰਗਾ, ਇਸ ਦੇ ਬਾਰੇ ਵਿੱਚ ਪੜ੍ਹਾਂਗੇ। ਇਹ ਅਧਿਆਏ ਸਾਡੇ ਦੇਸ਼ ਦੇ ਮਾਣ ਅਤੇ ਸ਼ਾਨ ਤਿਰੰਗੇ ਦੇ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਕਵੀ ਨੇ ਸਾਡੇ ਦੇਸ਼ ਦੇ ਤਿਰੰਗੇ ਦੇ ਬਾਰੇ ਵਿੱਚ, ਉਸ ਦੀ ਖੁਸ਼ਹਾਲੀ ਦੇ ਬਾਰੇ ਵਿੱਚ ਅਤੇ ਨਾਲ ਨਾਲ ਸਾਨੂੰ ਉਸ ਦੇ ਉੱਤੇ ਮਾਣ ਹੋਣ ਦੇ ਬਾਰੇ ਵਿੱਚ ਦੱਸਿਆ ਹੈ। ਤੁਸੀਂ ਇਸ ਕਵਿਤਾ ਨੂੰ ਦੇਖੋ। ਸਾਡਾ ਦੇਸ਼ ਹੈ ਵਿਸ਼ਾਲ, ਰਹੇ ਸਦਾ ਖੁਸ਼ਹਾਲ, ਮੈਂ ਤੇ ਦਿਲ ਤੋਂ ਦੁਆਵਾਂ ਇਹ ਮੰਗਾਂ, ਜੁੱਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਸਾਡੇ ਦੇਸ਼ ਦੇ ਜਵਾਨਾਂ ਲਾਹੀ ਗਲ ਚੋਂ ਗੁਲਾਮੀ, ਅੱਜ ਮਾਣ ਨਾਲ ਦਈਏ ਅਸੀਂ ਝੰਡੇ ਨੂੰ ਸਲਾਮੀ। ਹੱਕ ਖੁਸ਼ੀ ਨਾਲ ਮਾਣੋ, ਨਾਲੇ ਫਰਜ਼ ਪਛਾਣੋ, ਕਦੇ ਬੋਲੋ ਨਾ ਕਿਸੇ ਦੇ ਨਾਲ ਮੰਦਾ, ਜੁੱਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਹਿੰਦੂ ਮੁਸਲਮਾਨ ਸਿੱਖ ਨੇ ਸਭ ਭਾਈ ਭਾਈ, ਇੱਕ ਰੱਬ ਸਾਡਾ ਪਿਓ, ਇੱਕੋ ਧਰਤੀ ਹੈ ਮਾਈ। ਭਾਵੇਂ ਧਰਮ ਅਨੇਕ ਪਰ ਇੱਕੋ ਸਾਡਾ ਦੇਸ਼, ਭਾਰਤੀਓ ਨਾਰਾ ਇਹੋ ਚੰਗਾ, ਜੁੱਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਸਾਡੇ ਕਾਮੇ ਮਜ਼ਦੂਰਾਂ ਨੂੰ ਹੈ ਜਾਣ ਦੀ ਲੋਕਾਈ, ਸਾਡੀ ਦੁਨੀਆ ਦੇ ਵਿੱਚ ਉਹਨਾਂ ਧਾਕ ਹੈ ਜਮਾਈ। ਦੇਣਾ ਏਕਤਾ ਤੇ ਜ਼ੋਰ, ਕੁਝ ਚਾਹੀਦਾ ਨਹੀਂ ਹੋਰ, ਇੱਥੇ ਹੋਵੇ ਨਾ ਫਸਾਦ ਕੋਈ ਦੰਗਾ, ਜੁੱਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਸਾਡੇ ਖੇਤਾਂ ਵਿੱਚ ਹਰ ਪਾਸੇ ਨੱਚਦੀ ਬਹਾਰ, ਬੜੀ ਮਦਦ ਕਿਸਾਨਾਂ ਨੂੰ ਹੈ ਦਿੰਦੀ ਸਰਕਾਰ। ਭਰੇ ਅੰਨ ਦੇ ਭੰਡਾਰ ਸਾਰੇ ਕਹਿੰਦੇ ਮਾਣ ਨਾਲ, ਦੁੱਧ ਦਹੀਂ ਦੀ ਇਹ ਵਗਦੀ ਹੈ ਗੰਗਾ, ਜੁੱਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਇਹ ਕਵਿਤਾ ਤੁਸੀਂ ਖੁਦ ਵੀ ਬੋਲ ਕੇ ਇਸ ਨੂੰ ਸੁਣਾਓ ਆਪਣੇ ਮਾਂ-ਬਾਪ ਨੂੰ, ਆਪਣੇ ਸਾਥੀਆਂ ਨੂੰ, ਅਤੇ ਦੇਖੋ ਕਿ ਇਹ ਕਵਿਤਾ ਤੁਹਾਨੂੰ ਕਿੰਨਾ ਮਾਣ ਮਹਿਸੂਸ ਕਰਵਾਉਂਦੀ ਹੈ ਕਿ ਤੁਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਹੋ, ਉਸ ਦੇਸ਼ ਦੇ ਵਾਸੀ ਹੋ। ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ ਅਤੇ ਸਾਰੇ ਰਲ ਮਿਲ ਕੇ ਰਹਿੰਦੇ ਹਾਂ। ਸਾਡਾ ਦੇਸ਼ ਬੜਾ ਖੁਸ਼ਹਾਲ ਹੈ। ਪਹਿਲੀ ਲਾਈਨ ਦੇ ਵਿੱਚ ਦੇਖੋ ਕਿ ਸਾਡਾ ਦੇਸ਼ ਹੈ ਵਿਸ਼ਾਲ, ਰਹੇ ਸਦਾ ਖੁਸ਼ਹਾਲ, ਮੈਂ ਤੇ ਦਿਲ ਤੋਂ ਦੁਆਵਾਂ ਇਹ ਮੰਗਾਂ। ਕਿ ਕਵੀ ਕਹਿੰਦਾ ਹੈ ਕਿ ਅਸੀਂ ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਅਸੀਂ ਹਮੇਸ਼ਾ ਇੱਕ ਅਜਿਹੇ ਖੁਸ਼ਹਾਲ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਅਸੀਂ ਉਸ ਦੀ ਹੋਰ ਖੁਸ਼ਹਾਲੀ ਦੇ ਲਈ, ਉਸ ਦੀ ਹੋਰ ਤਰੱਕੀ ਦੇ ਲਈ, ਉਸ ਦੇ ਹੋਰ ਵਧਣ ਫੁੱਲਣ ਦੇ ਲਈ ਆਪਣੇ ਦਿਲ ਤੋਂ ਦੁਆਵਾਂ ਮੰਗਦੇ ਹਾਂ ਅਤੇ ਇਹੀ ਆਸ ਕਰਦੇ ਹਾਂ ਕਿ ਇਹ ਜੋ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ, ਸਾਡੇ ਦੇਸ਼ ਦਾ ਮਾਣ ਹੈ, ਹਮੇਸ਼ਾ ਸਦੀਆਂ ਤੱਕ ਇਸੇ ਤਰ੍ਹਾਂ ਝੁੱਲਦਾ ਰਹੇ। ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ, ਇਹ ਸਾਡੇ ਦੇਸ਼ ਦਾ ਬਹੁਤ ਹੀ ਪਿਆਰਾ ਤਿਰੰਗਾ ਝੰਡਾ ਹੈ। ਤੁਹਾਨੂੰ ਪਤਾ ਤਿਰੰਗੇ ਦੇ ਵਿੱਚ ਜੋ 3 ਰੰਗ ਹਨ, ਇਸੇ ਲਈ ਇਸ ਨੂੰ ਤਿਰੰਗਾ ਕਿਹਾ ਜਾਂਦਾ ਹੈ। ਅਗਲੀਆਂ ਲਾਈਨਾਂ 'ਚ ਦੇਖੋ, ਸਾਡੇ ਦੇਸ਼ ਦੇ ਜਵਾਨਾਂ ਲਾਹੀ ਗਲ ਚੋਂ ਗੁਲਾਮੀ, ਅੱਜ ਮਾਣ ਨਾਲ ਦਈਏ ਅਸੀਂ ਝੰਡੇ ਨੂੰ ਸਲਾਮੀ। ਇਹ ਸਾਡੇ ਦੇਸ਼ ਦੇ ਵਿੱਚ ਸਾਨੂੰ ਜੋ ਸਾਡੇ ਦੇਸ਼ ਦੀ ਆਜ਼ਾਦੀ ਮਿਲੀ ਹੈ ਨਾ ਬੇਟਾ, ਇਹ ਐਵੇਂ ਹੀ ਨਹੀਂ ਮਿਲੀ। ਬਹੁਤ ਸਾਰੇ ਯੋਧਿਆਂ ਨੇ, ਬਹੁਤ ਸਾਰੇ ਜਵਾਨਾਂ ਨੇ, ਬਹੁਤ ਸਾਰੇ ਸੂਰਮਿਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਨੇ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਤਾਂ ਅਸੀਂ ਜਾ ਕੇ ਇਸ ਸੋਹਣੇ ਤਿਰੰਗੇ ਝੰਡੇ ਨੂੰ ਦੀ ਸ਼ਾਨ ਨੂੰ ਮਾਣਨ ਦੇ ਲਾਇਕ ਹੋਏ ਹਾਂ। ਇਸ ਨੂੰ ਅਸੀਂ ਸਲਾਮੀ ਦਿੰਦੇ ਹਾਂ। ਸਲਾਮੀ ਦਿੰਦੇ ਹਾਂ ਮਤਲਬ ਇਸ ਨੂੰ ਅਸੀਂ ਸਵੇਰੇ ਸ਼ਾਮ ਸੈਲਿਊਟ ਕਰਦੇ ਹਾਂ। ਤੁਹਾਨੂੰ ਪਤਾ ਜੋ ਬਾਰਡਰ ਹੁੰਦੇ ਨੇ, ਜਿਵੇਂ ਵਾਹਗਾ ਬਾਰਡਰ ਹੈ ਅਟਾਰੀ ਦਾ, ਉੱਥੇ ਹਰ ਰੋਜ਼ ਸਵੇਰੇ ਸ਼ਾਮ ਇਸ ਝੰਡੇ ਨੂੰ ਸਵੇਰੇ ਬਹੁਤ ਸੋਹਣੇ ਤਰੀਕੇ ਦੇ ਨਾਲ ਚਾੜ੍ਹਨ ਦੀ ਅਤੇ ਸ਼ਾਮ ਨੂੰ ਉਤਾਰਨ ਦੀ ਰਸਮ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੋਰ ਵੀ ਜੋ ਬਾਰਡਰ ਨੇ, ਜਾਂ ਹੋਰ ਵੀ ਜਦੋਂ ਕੋਈ ਓਕੇਜ਼ਨ ਹੁੰਦੇ ਨੇ, ਸਪੈਸ਼ਲੀ ਜਿਵੇਂ ਆਪਾਂ ਗੱਲ ਕਰੀਏ 15 ਅਗਸਤ ਨੂੰ, 26 ਜਨਵਰੀ ਨੂੰ, ਤਾਂ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਾਂ ਦੇਸ਼ ਦਾ ਜੋ ਸਾਡਾ ਤਿਰੰਗਾ ਝੰਡਾ ਹੈ ਉਸ ਨੂੰ ਲਹਿਰਾਉਂਦੇ ਹਾਂ ਅਤੇ ਆਪਣੇ ਦੇਸ਼ ਦੇ ਉੱਤੇ
ਤੇ ਆਪਣੇ ਭਾਰਤੀ ਹੋਣ ਦੇ ਉੱਤੇ ਮਾਣ ਮਹਿਸੂਸ ਕਰਦੇ ਹਾਂ। ਅਗਲੀ ਲਾਈਨ ਦੇਖੋ, ਹੱਕ ਖੁਸ਼ੀ ਨਾਲ ਮਾਣੋ ਨਾਲੇ ਫਰਜ਼ ਪਛਾਣੋ, ਕਦੇ ਬੋਲੋ ਨਾ ਕਿਸੇ ਦੇ ਨਾਲ ਮੰਦਾ। ਸਾਨੂੰ ਜੋ ਸਾਡੀ ਆਜ਼ਾਦੀ ਤੋਂ ਬਾਅਦ ਸਾਨੂੰ ਜੋ ਹੱਕ ਮਿਲੇ ਹਨ, ਸਾਡੀ ਆਜ਼ਾਦੀ ਦੇ ਹੱਕ ਮਿਲੇ ਹਨ, ਸਾਨੂੰ ਉਹਨਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਮਾਣਨਾ ਚਾਹੀਦਾ ਹੈ। ਪਰ ਜੋ ਸਾਡੇ ਫਰਜ਼ ਹਨ ਸਾਨੂੰ ਉਹ ਵੀ ਨਹੀਂ ਭੁੱਲਣੇ ਚਾਹੀਦੇ। ਸਾਡੇ ਆਪਣੇ ਦੇਸ਼ ਦੇ ਪ੍ਰਤੀ ਕੀ ਫਰਜ਼ ਹਨ ਕਿ ਸਾਨੂੰ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ। ਸਾਨੂੰ ਕਿਸੇ ਦੇ ਨਾਲ ਬੁਰਾ ਵਿਵਹਾਰ ਨਹੀਂ ਕਰਨਾ ਚਾਹੀਦਾ, ਕਿਸੇ ਦੇ ਨਾਲ ਮੰਦਾ ਨਹੀਂ ਬੋਲਣਾ ਚਾਹੀਦਾ। ਸਾਨੂੰ ਆਪਣੇ ਦੇਸ਼ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿਣਾ ਚਾਹੀਦਾ ਹੈ। ਤੁਸੀਂ ਦੇਖੋ ਜੋ ਬਾਰਡਰਾਂ ਦੇ ਉੱਤੇ ਆਪਣੇ ਜਵਾਨ ਖੜ੍ਹੇ ਨੇ, ਉਹ ਚਾਹੇ ਠੰਡ ਹੋਵੇ, ਚਾਹੇ ਬਰਫ਼ ਪੈਂਦੀ ਹੋਵੇ, ਚਾਹੇ ਸਰਦੀ ਹੋਵੇ, ਚਾਹੇ ਗਰਮੀ ਹੋਵੇ, ਚਾਹੇ ਮੀਂਹ ਹਨੇਰੀ ਝੱਖੜ ਕੁਛ ਵੀ ਹੋਵੇ, ਪਰ ਉਹ ਹਮੇਸ਼ਾ ਬਾਰਡਰਾਂ ਦੇ ਉੱਤੇ ਡਟੇ ਰਹਿੰਦੇ ਹਨ। ਤਾਂ ਇਸੇ ਤਰ੍ਹਾਂ ਸਾਡੇ ਵੀ ਕੁਝ ਫਰਜ਼ ਬਣਦੇ ਹਨ ਕਿ ਅਸੀਂ ਆਪਣੇ ਦੇਸ਼ ਦਾ ਮਾਣ ਵਧਾਈਏ, ਅਸੀਂ ਆਪਣੇ ਹੱਕਾਂ ਨੂੰ ਪਛਾਣੀਏ, ਆਪਣੇ ਹੱਕਾਂ ਨੂੰ ਮਾਣੀਏ, ਪਰ ਨਾਲ ਨਾਲ ਆਪਣੇ ਦੇਸ਼ ਦੀ ਸੇਵਾ ਵੀ ਕਰੀਏ। ਤਾਂ ਇਸੇ ਤਰ੍ਹਾਂ ਕਹਿੰਦੇ ਅਸੀਂ ਇਹ ਆਸ ਕਰਦੇ ਹਾਂ, ਇਹ ਦੁਆ ਕਰਦੇ ਹਾਂ ਕਿ ਸਾਡੇ ਦੇਸ਼ ਦਾ ਜੋ ਤਿਰੰਗਾ ਝੰਡਾ ਹੈ ਇਹ ਜੁਗਾਂ ਜੁਗਾਂ ਤੱਕ ਇਸੇ ਤਰ੍ਹਾਂ ਝੂਲਦਾ ਰਹੇ। ਅੱਗੇ ਦੇਖੋ, ਹਿੰਦੂ ਮੁਸਲਮਾਨ ਸਿੱਖ ਨੇ ਸਭ ਭਾਈ ਭਾਈ, ਇੱਕ ਰੱਬ ਸਾਡਾ ਪਿਓ, ਇੱਕੋ ਧਰਤੀ ਹੈ ਮਾਈ। ਸਾਡਾ ਇਹ ਜੋ ਦੇਸ਼ ਹੈ ਇਹ ਇੱਕ ਅਜਿਹੀ ਕੰਟਰੀ ਹੈ ਜਿੱਥੇ ਆਪਾਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਹਾਂ। ਕੋਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ, ਜੈਨੀ, ਕੋਈ ਵੀ ਧਰਮ ਦਾ ਲੋਕ ਹੋਵੇ, ਉਹ ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਹਾਂ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ। ਕੋਈ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਕਿਉਂਕਿ ਸਾਡਾ ਜੋ ਖੂਨ ਦਾ ਰੰਗ ਹੈ ਸਭ ਦਾ ਲਾਲ ਹੀ ਹੈ। ਸਾਡੇ ਖੂਨ ਦਾ ਰੰਗ ਬਦਲਿਆ ਨਹੀਂ ਹੋਇਆ। ਪਰਮਾਤਮਾ ਇੱਕੋ ਹੀ ਹੈ ਜਿਸ ਨੇ ਸਾਨੂੰ ਬਣਾਇਆ ਹੈ, ਉਹੀ ਸਾਡੇ ਸਭ ਦਾ ਪਿਓ ਹੈ, ਉਹੀ ਸਾਡੇ ਸਭ ਦਾ ਪਿਤਾ ਹੈ। ਅਤੇ ਇਹ ਜੋ ਧਰਤੀ ਹੈ ਜਿਸ ਦੇ ਉੱਤੇ ਅਸੀਂ ਰਹਿੰਦੇ ਹਾਂ ਇਹ ਸਾਡੀ ਮਾਈ ਹੈ, ਮਤਲਬ ਮਾਤਾ ਹੈ। ਕਿਉਂਕਿ ਅਸੀਂ ਧਰਤੀ 'ਤੇ ਰਹਿੰਦੇ ਹਾਂ, ਇਸ 'ਤੇ ਉੱਗਿਆ ਹੋਇਆ ਅਨਾਜ ਖਾਂਦੇ ਹਾਂ ਤਾਂ ਅਸੀਂ ਜ਼ਿੰਦਗੀ ਜੀਉਂਦੇ ਹਾਂ। ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਤਾਂ ਉਹ ਸਾਡਾ ਪਿਓ ਹੈ। ਤਾਂ ਇਸ ਤਰ੍ਹਾਂ ਇਹ ਧਰਤੀ ਸਾਡੀ ਮਾਂ ਅਤੇ ਜੋ ਰੱਬ ਹੈ ਉਹ ਸਾਡਾ ਪਿਓ ਹੈ। ਅਸੀਂ ਇਸੇ ਲਈ ਜੀ ਰਹੇ ਹਾਂ ਅਤੇ ਇਸੇ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਮਾਣ ਰਹੇ ਹਾਂ। ਕਹਿੰਦੇ ਭਾਵੇਂ ਧਰਮ ਅਨੇਕ ਪਰ ਇੱਕੋ ਸਾਡਾ ਦੇਸ਼, ਭਾਰਤੀਓ ਨਾਰਾ ਇਹ ਚੰਗਾ, ਜੁਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਭਾਵੇਂ ਕਹਿੰਦੇ ਬਹੁਤ ਸਾਰੇ ਧਰਮ ਨੇ ਸਾਡੇ ਦੇਸ਼ ਦੇ ਵਿੱਚ, ਬਹੁਤ ਸਾਰੇ ਧਰਮਾਂ ਦੇ ਲੋਕ ਅਸੀਂ ਇਕੱਠੇ ਹੋ ਕੇ ਰਹਿੰਦੇ ਹਾਂ, ਪਰ ਸਾਡਾ ਦੇਸ਼ ਤਾਂ ਇੱਕੋ ਹੀ ਹੈ। ਇਹੀ ਨਾਰਾ ਕਹਿੰਦੇ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਇੱਕੋ ਹੀ ਸੁਨੇਹਾ ਦਈਏ ਕਿ ਅਸੀਂ ਵੱਖ-ਵੱਖ ਧਰਮਾਂ ਦੇ ਲੋਕ ਹਾਂ ਪਰ ਇੱਕੋ ਹੀ ਰੱਬ ਦੇ ਬਣਾਏ ਹੋਏ ਹਾਂ। ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਅਵਲ ਅੱਲਾ ਨੂਰ ਉਪਾਇਓ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਓ, ਕੌਣ ਭਲੇ ਕੋ ਮੰਦੇ। ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਬਣਾਈ ਹੋਈ ਹੈ, ਧਰਮ ਇਨਸਾਨ ਦੇ ਬਣਾਏ ਹੋਏ ਹਨ, ਪਰ ਸਾਡਾ ਦੇਸ਼ ਇੱਕੋ ਹੀ ਹੈ, ਅਸੀਂ ਇੱਕੋ ਹੀ ਦੇਸ਼ ਦੇ ਵਾਸੀ ਹਾਂ। ਅੱਗੇ ਦੇਖੋ, ਸਾਡੇ ਕਾਮੇ ਮਜ਼ਦੂਰਾਂ ਨੂੰ ਹੈ ਜਾਣ ਦੀ ਲੁਕਾਈ। ਕਾਮੇ ਹੁੰਦੇ ਨੇ ਜੋ ਮਿਹਨਤੀ ਲੋਕ ਹੁੰਦੇ ਨੇ, ਮਿਹਨਤੀ ਇਨਸਾਨ ਹੁੰਦੇ ਨੇ, ਅਤੇ ਲੁਕਾਈ ਹੁੰਦੀ ਹੈ ਸਾਰੀ ਦੁਨੀਆ, ਕੁੱਲ ਸੰਸਾਰ। ਕਹਿੰਦੇ ਸਾਡੇ ਜੋ ਕਾਮੇ ਨੇ, ਮਜ਼ਦੂਰ ਲੋਕ ਨੇ, ਜੋ ਮਿਹਨਤੀ ਲੋਕ ਨੇ, ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ। ਭਾਰਤੀਆਂ ਨੂੰ ਸਭ ਤੋਂ ਮਿਹਨਤੀ ਕੌਮ ਦੇ ਵਿੱਚ ਗਿਣਿਆ ਜਾਂਦਾ ਹੈ ਅਤੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੀ ਧਾਕ ਜਮਾਈ ਹੋਈ ਹੈ, ਮਤਲਬ ਆਪਣਾ ਨਾਮ ਜਿਹੜਾ ਹੈ ਉਹ ਕਮਾਇਆ ਹੋਇਆ। ਤੁਸੀਂ ਦੇਖੋ ਕਿਸੇ ਵੀ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਭਾਰਤੀ ਲੋਕ ਨੇ ਉਹਨਾਂ ਦਾ ਨਾਮ ਚੱਲਦਾ ਹੈ ਕਿ ਭਾਰਤੀ ਕੌਮ ਜਿਹੜੀ ਹੈ, ਭਾਰਤੀ ਲੋਕ ਜਿਹੜੇ ਨੇ ਉਹ ਬੜੇ ਮਿਹਨਤੀ ਹੁੰਦੇ ਹਨ। ਜਿਵੇਂ ਖਾਸ ਤੌਰ 'ਤੇ ਜੇ ਪੰਜਾਬੀਆਂ ਦੀ ਗੱਲ ਆਉਂਦੀ ਹੈ ਕਿ ਪੰਜਾਬੀ ਬਹੁਤ ਮਿਹਨਤੀ ਹਨ, ਇਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਇਹੋ ਜਿਹੇ ਰਾਜ ਨੇ ਜਿੱਥੇ ਮਿਹਨਤੀ ਲੋਕ ਜਿਹੜੇ ਨੇ ਉਹ ਰਹਿੰਦੇ ਨੇ, ਬਹੁਤ ਮਿਹਨਤ ਕਰਦੇ ਨੇ। ਉਹਨਾਂ ਦਾ ਨਾਮ, ਉਹਨਾਂ ਦਾ ਜਿਹੜਾ ਸਿੱਕਾ ਹੈ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ। ਦੇਣਾ ਏਕਤਾ 'ਤੇ ਜ਼ੋਰ, ਕੁਝ ਚਾਹੀਦਾ ਨਹੀਂ ਹੋਰ, ਇੱਥੇ ਹੋਵੇ ਨਾ ਫਸਾਦ ਕੋਈ ਦੰਗਾ, ਜੁਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਅੱਗੇ ਕਵੀ ਕਹਿੰਦਾ ਹੈ ਕਿ ਸਾਨੂੰ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਸਿਰਫ ਏਕਤਾ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਅਸੀਂ ਇੱਕ ਮਿੱਕ ਹਾਂ, ਅਸੀਂ ਕੋਈ ਵੰਡੇ ਨਹੀਂ ਹੋਏ, ਅਸੀਂ ਧਰਮਾਂ 'ਚ, ਜਾਤਾਂ 'ਚ,
ਰੰਗ ਰੂਪ ਦੇ ਵਿੱਚ ਇਸ ਤਰ੍ਹਾਂ ਨਹੀਂ ਵੰਡੇ ਹੋਏ। ਅਸੀਂ ਇੱਕ ਦੇਸ਼ ਦੇ ਵਾਸੀ ਹਾਂ, ਅਸੀਂ ਰਲ ਮਿਲ ਕੇ ਰਹਿਣਾ ਹੈ। ਸਾਨੂੰ ਇਸੇ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ, ਸਾਨੂੰ ਕੋਈ ਵੀ ਦੰਗਾ ਫਸਾਦ ਨਹੀਂ ਕਰਨਾ ਚਾਹੀਦਾ, ਕੋਈ ਵੀ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਵੀ ਚੰਗਾ ਮੰਦਾ ਨਹੀਂ ਬੋਲਣਾ ਚਾਹੀਦਾ, ਤਾਂ ਕਿ ਸਾਡੇ ਦੇਸ਼ ਦੀ ਏਕਤਾ ਜਿਹੜੀ ਹੈ ਉਹ ਬਣੀ ਰਹੇ ਅਤੇ ਪੂਰੀ ਦੁਨੀਆ ਦੇ ਉੱਤੇ ਇਸ ਦੀ ਮਿਸਾਲ ਬਣੀ ਰਹੇ। ਅਗਲੀਆਂ ਲਾਈਨਾਂ ਦੇਖੋ, ਸਾਡੇ ਖੇਤਾਂ ਵਿੱਚ ਹਰ ਪਾਸੇ ਨੱਚਦੀ ਬਹਾਰ, ਬੜੀ ਮਦਦ ਕਿਸਾਨਾਂ ਨੂੰ ਹੈ ਦਿੰਦੀ ਸਰਕਾਰ। ਤੁਸੀਂ ਦੇਖੋ, ਜਦੋਂ ਅੱਜ ਕੱਲ੍ਹ ਹੀ ਦੇਖ ਲਓ ਕਿ ਕਣਕਾਂ ਪੱਕੀਆਂ ਹੋਈਆਂ ਹਨ। ਜਦੋਂ ਕਣਕਾਂ ਹਰੀਆਂ ਹੁੰਦੀਆਂ ਹਨ ਤਾਂ ਖੇਤ ਕਿੰਨੇ ਸੋਹਣੇ ਲੱਗਦੇ ਹਨ। ਅੱਜ ਕੱਲ੍ਹ ਕਣਕਾਂ ਪੱਕ ਗਈਆਂ ਤਾਂ ਖੇਤ ਸੁਨਹਿਰੀ ਰੰਗ ਦੇ ਹੋ ਗਏ, ਕਿੰਨੇ ਸੋਹਣੇ ਇਹ ਖੇਤ ਲੱਗਦੇ ਨੇ। ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਰੇ ਖੇਤਾਂ ਦੇ ਵਿੱਚ ਸੋਨੇ ਰੰਗੀ ਜਿਹੜੀ ਇੱਕ ਬਹਾਰ ਹੈ ਉਹ ਆਈ ਹੁੰਦੀ ਹੈ। ਤਾਂ ਇਸ ਤਰ੍ਹਾਂ ਜਦੋਂ ਫੁੱਲ ਹੁੰਦੇ ਨੇ ਖੇਤਾਂ ਦੇ ਵਿੱਚ, ਜਿਵੇਂ ਸੂਰਜਮੁਖੀ ਦੇ ਫੁੱਲ ਹੁੰਦੇ ਹਨ, ਤਾਂ ਉਦੋਂ ਵੀ ਇੱਦਾਂ ਲੱਗਦਾ ਹੈ ਕਿ ਜਿਵੇਂ ਸਾਰੇ ਪਾਸੇ ਫੁੱਲ ਹੀ ਫੁੱਲ ਖਿੜੇ ਹੋਏ ਹਨ। ਜਦੋਂ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਤੁਸੀਂ ਦੇਖੋ, ਉਦੋਂ ਸਾਰੇ ਖੇਤ ਇੰਨੇ ਸੋਹਣੇ ਹਰੇ ਹੁੰਦੇ ਹਨ ਕਿ ਐਵੇਂ ਲੱਗਦਾ ਕਿ ਜਿਵੇਂ ਕਿਸੇ ਨੇ ਕੋਈ ਮੈਟ ਹਰੇ ਰੰਗ ਦਾ ਵਿਛਾਇਆ ਹੋਵੇ ਅਤੇ ਉਹ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਤਾਂ ਇਸ ਤਰ੍ਹਾਂ ਸਾਡੇ ਜਿਹੜੇ ਖੇਤ ਨੇ ਭਾਰਤ ਦੇ, ਸਾਡੇ ਜਿਹੜੇ ਕਿਸਾਨਾਂ ਦੇ ਖੇਤ ਨੇ, ਉਹ ਹਮੇਸ਼ਾ ਇੱਦਾਂ ਲੱਗਦੇ ਨੇ ਕਿ ਬਸ ਇਹਨਾਂ ਦੇ ਵਿੱਚ ਬਹਾਰ ਹੀ ਬਹਾਰ ਹੈ, ਇਹਨਾਂ ਦੇ ਵਿੱਚ ਸਾਰੇ ਪਾਸੇ ਖੁਸ਼ੀ ਹੀ ਛਾਈ ਹੋਈ ਹੈ। ਕਹਿੰਦੇ ਸਰਕਾਰ ਵੀ ਬਣਦੀ ਹੋਈ ਮਦਦ ਜਿਹੜੀ ਹੈ ਕਿਸਾਨਾਂ ਨੂੰ ਸਮੇਂ ਸਮੇਂ ਦੇ ਉੱਤੇ ਕਰਦੀ ਰਹਿੰਦੀ ਹੈ। ਭਰੇ ਅੰਨ ਦੇ ਭੰਡਾਰ ਸਾਰੇ ਕਹਿੰਦੇ ਮਾਣ ਨਾਲ, ਦੁੱਧ ਦਹੀਂ ਦੀ ਹੈ ਵਗਦੀ ਹੈ ਗੰਗਾ। ਕਹਿੰਦੇ ਇੱਥੇ ਅਨਾਜ ਦੇ ਭੰਡਾਰ ਭਰੇ ਰਹਿੰਦੇ ਹਨ ਹਮੇਸ਼ਾ, ਕਿਉਂਕਿ ਭਾਰਤ ਦੇਸ਼ ਦੇ ਵਿੱਚ ਉੱਗਣ ਵਾਲੀ ਖੇਤੀ, ਉੱਗਣ ਵਾਲਾ ਅਨਾਜ ਬਹੁਤ ਸਾਰੇ ਥਾਵਾਂ ਦੇ ਉੱਤੇ ਸਪਲਾਈ ਕੀਤਾ ਜਾਂਦਾ ਹੈ। ਲੋਕਾਂ ਦੇ ਇੱਥੇ ਅੰਨ ਉਗਾਉਣ ਦਾ ਮਕਸਦ ਸਿਰਫ ਇਹੀ ਨਹੀਂ ਹੁੰਦਾ ਕਿ ਅਸੀਂ ਆਪ ਖਾਣਾ ਹੈ, ਉਹ ਦੂਜਿਆਂ ਦੇ ਲਈ ਵੀ ਉਗਾਉਂਦੇ ਨੇ। ਤਾਂ ਸਾਰੇ ਦੇਸ਼ ਦੇ ਵਿੱਚ ਜਦੋਂ ਇਸ ਦੀ ਸਪਲਾਈ ਹੁੰਦੀ ਹੈ, ਲੋਕ ਜਿਹੜੇ ਨੇ ਉਹ ਖਾਂਦੇ ਨੇ, ਕਿਉਂਕਿ ਉਗਾਉਣ ਵਾਲਾ ਤਾਂ ਕਿਸਾਨ ਹੀ ਹੁੰਦਾ। ਹਰ ਬੰਦਾ ਤਾਂ ਖੇਤੀ ਨਹੀਂ ਕਰਦਾ ਨਾ। ਤਾਂ ਇਸ ਤਰ੍ਹਾਂ ਕਿਸਾਨ ਜਿਹੜਾ ਹੈ ਉਹ ਅੰਨ ਪੈਦਾ ਕਰਦਾ ਹੈ ਅਤੇ ਬਾਕੀ ਸਾਰੀ ਕੁੱਲ ਦੁਨੀਆ ਉਸ ਨੂੰ ਖਾਂਦੀ ਹੈ। ਤਾਂ ਇਸ ਤਰ੍ਹਾਂ ਕਹਿੰਦੇ ਸਾਨੂੰ ਇਸ ਦੇਸ਼ ਦੇ ਵਿੱਚ ਅੰਨ ਦੇ ਜਿਹੜੇ ਭੰਡਾਰ ਨੇ ਉਹ ਹਮੇਸ਼ਾ ਭਰੇ ਰਹਿੰਦੇ ਨੇ, ਅਤੇ ਇਹ ਗੱਲ ਕਹਿਣ ਦੇ ਵਿੱਚ ਸਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ, ਸਗੋਂ ਮਾਣ ਹੀ ਹੁੰਦਾ ਹੈ ਕਿ ਸਾਡੇ ਸਾਰੇ ਪਾਸੇ ਖੇਤ ਹੀ ਖੇਤ ਹਨ, ਅੰਨ ਦੇ ਭੰਡਾਰ ਭਰੇ ਹੋਏ ਹਨ। ਇੱਥੇ ਦੁੱਧ, ਦਹੀਂ, ਘਿਓ, ਲੱਸੀ, ਮੱਖਣ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ। ਤਾਂ ਇੱਥੇ ਦੁੱਧ ਦਹੀਂ ਦੀ ਹੈ ਵਗਦੀ ਹੈ ਗੰਗਾ, ਮਤਲਬ ਹਰ ਪਾਸੇ, ਹਰ ਦੇਸ਼ ਦੇ, ਹਰ ਰਾਜ ਦੇ ਵਿੱਚ, ਜਿਵੇਂ ਪੰਜਾਬ ਦੇ ਵਿੱਚ ਦੁੱਧ ਦਹੀਂ, ਮੱਖਣ, ਘਿਓ, ਲੱਸੀ ਇਹ ਸਾਰੀਆਂ ਚੀਜ਼ਾਂ ਦੇ ਲਈ ਫੇਮਸ ਹੈ। ਤਾਂ ਇਸੇ ਤਰ੍ਹਾਂ ਹਰ ਸਟੇਟ ਦੀ ਆਪਣੀ ਇੱਕ ਪਹਿਚਾਣ ਹੁੰਦੀ ਹੈ। ਤਾਂ ਅੰਨ, ਦੁੱਧ, ਦਹੀਂ ਇਹ ਸਾਰੀਆਂ ਚੀਜ਼ਾਂ ਕਹਿੰਦੇ ਬੇਅੰਤ ਮਾਤਰਾ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਹਨ। ਤਾਂ ਕਹਿੰਦੇ ਜੁਗਾਂ ਤੱਕ ਰਹੇ ਝੁੱਲਦਾ ਮੇਰੇ ਦੇਸ਼ ਦਾ ਪਿਆਰਾ ਇਹ ਤਿਰੰਗਾ। ਅਤੇ ਮੈਂ ਹਮੇਸ਼ਾ ਇਹੀ ਆਸ ਕਰਦਾ ਹਾਂ, ਕਵੀ ਕਹਿੰਦਾ ਹੈ ਕਿ ਅਸੀਂ ਹਮੇਸ਼ਾ ਸਾਰੇ ਇਹ ਆਸ ਕਰਦੇ ਹਾਂ ਕਿ ਸਾਡੇ ਦੇਸ਼ ਦਾ ਜੋ ਤਿਰੰਗਾ ਝੰਡਾ ਹੈ ਉਹ ਹਮੇਸ਼ਾ ਇਸੇ ਤਰ੍ਹਾਂ ਝੁੱਲਦਾ ਰਹੇ, ਸਦੀਆਂ ਸਦੀਆਂ ਤੱਕ ਝੁੱਲਦਾ ਰਹੇ, ਅਤੇ ਸਾਨੂੰ ਇਸ ਦੇ ਉੱਤੇ ਮਾਣ ਕਰਨਾ ਚਾਹੀਦਾ ਹੈ। ਸਾਨੂੰ ਇਹ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਭਾਰਤ ਦੇਸ਼ ਦੇ ਵਾਸੀ ਹਾਂ ਜਿੱਥੇ ਕੋਈ ਜਾਤ ਪਾਤ, ਧਰਮ, ਰੰਗ ਰੂਪ, ਨਸਲ, ਕਿਸੇ ਵੀ ਕਿਸਮ ਦਾ ਕੋਈ ਭੇਦ ਨਹੀਂ ਕੀਤਾ ਜਾਂਦਾ। ਭੇਦਭਾਵ ਤੋਂ ਬਿਨਾਂ ਅਸੀਂ ਸਾਰੇ ਹੀ ਇੱਕ ਦੂਜੇ ਦੇ ਨਾਲ ਇੱਕਮਿਕ ਹੋ ਕੇ ਰਹਿੰਦੇ ਹਾਂ। ਤੁਸੀਂ ਇਹ ਕਵਿਤਾ ਨੂੰ ਸੁਣੋ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਡੇ ਤਿਰੰਗੇ ਝੰਡੇ ਦੇ ਨਾਲ ਸਾਡੇ ਦੇਸ਼ ਦਾ ਕਿੰਨਾ ਮਾਣ ਹੈ। ਥੈਂਕ ਯੂ।